प्यारे बच्चों, अज की इस वीडियो में असी पंजाब स्कूल सिक्ख्या बोर्ड की 8वीं जमात की विज्ञान विषय की पाठ पुस्तक के पाठ नंबर 5 कोला ਅਤੇ ਪੈਟਰੋਲੀਅਮ ਦੇ ਅਭਿਆਸ ਅਤੇ ਇੱਕ ਅੰਕ ਵਾਲੇ ਬਹੁਵਿਕਲਪੀ यानी कि मल्टीपल चॉइस क्वेश्चनस हल करांगे। इस वीडियो ਨੂੰ ਵੇਖਣ ਤੋਂ ਪਹਿਲਾਂ प्यारे बच्चों ਤੁਸੀਂ ਇੱਕ ਵਾਰ ਆਪਣੀ 8ਵੀਂ ਜਮਾਤ ਦੀ ਵਿਗਿਆਨ ਵਿਸ਼ੇ ਦੀ ਪਾਠ ਪੁਸਤਕ ਵਿੱਚੋਂ ਪਾਠ ਨੰਬਰ 5 ਕੋਲਾ ਅਤੇ ਪੈਟਰੋਲੀਅਮ ਨੂੰ ਜ਼ਰੂਰ ਪੜ੍ਹ ਲੈਣਾ ਹੈ। पहला प्रश्न है CNG ਅਤੇ LPG ਦੀ ਬਾਲਣ ਦੇ ਰੂਪ ਵਿੱਚ ਵਰਤੋਂ ਕਰਨ ਦੇ ਕੀ ਲਾਭ ਹਨ। CNG ਦਾ ਭਾਵ ਹੁੰਦਾ ਪਿਆਰੇ ਬੱਚਿਓ ਕੰਪਰੈਸਡ ਨੈਚੁਰਲ ਗੈਸ, LPG ਦਾ ਭਾਵ ਹੁੰਦਾ ਲਿਕੁਇਡ ਪੈਟਰੋਲੀਅਮ ਗੈਸ। ਪਿਆਰੇ ਬੱਚਿਓ CNG ਅਤੇ LPG ਦੀ ਬਾਲਣ ਦੇ ਰੂਪ ਵਿੱਚ ਵਰਤੋਂ ਕਰਨ ਦੇ ਲਾਭ। ਪਹਿਲਾ, ਇਹਨਾਂ ਦਾ ਜਿਹੜਾ ਜਲਨ ਹੈ ਉਹ ਆਸਾਨੀ ਨਾਲ ਹੋ ਸਕਦਾ ਹੈ। ਦੂਸਰਾ, ਇਹਨਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਪਾਈਪਾਂ ਰਾਹੀਂ ਲਿਜਾਣਾ ਸੌਖਾ ਹੈ। ਤੀਸਰਾ, ਇਹ ਸਾਫ਼ ਸੁਥਰੇ ਬਾਲਣ ਹਨ ਕਿਉਂਕਿ ਇਹਨਾਂ ਦੇ ਜਲਣ ਤੇ ਧੂਆਂ ਆਦਿ ਪੈਦਾ ਨਹੀਂ ਹੁੰਦਾ। ਚੌਥਾ, ਇਹ ਜਲਣ ਤੇ ਬਹੁਤ ਸਾਰੀ ਤਾਪ ਊਰਜਾ ਪੈਦਾ ਕਰਦੇ ਹਨ। ਪਿਆਰੇ ਬੱਚਿਓ, ਇਸ ਚਿੱਤਰ ਦੇ ਵਿੱਚ ਤੁਸੀਂ LPG ਦਾ ਸਿਲੰਡਰ ਦੇਖ ਰਹੇ ਹੋ ਜੋ ਕਿ ਭਾਰਤ ਗੈਸ ਕੰਪਨੀ ਦਾ ਹੈ, ਜਿਸ ਦਾ ਪ੍ਰਯੋਗ ਆਮ ਤੌਰ ਤੇ ਹਰ ਇੱਕ ਦੇ ਘਰ ਹੁੰਦਾ ਹੈ। दूसरा प्रश्न है पेट्रोलियम की किहड़ी उपज सड़क निर्माण लई वरतों विच लिआंदी जांदी है। प्यारे बच्चों, पेट्रोलियम की किहड़ी उपज सड़क निर्माण की वरतों विच लिआंदी जांदी है। प्यारे बच्चों, बिल्कुल सही, ये उपज का नाम है बिटूमन। प्यारे बच्चों, इस वीडियो दे विच तुसीं देख रहे हो कि ये जो सड़कों का निर्माण होया है इस दे विच किस दी वरतों कीती गई है। इस दे विच वरतों कीती गई है बिटूमन दी। तीसरा प्रश्न है वर्णन करो मृत बनस्पति तो कोला किस तरह बनता है। ये प्रक्रम की अखवाउंदा है। प्यारे बच्चों, ਲੱਖਾਂ साल पहला कुछ कुदरती घटनावां कारण कुछ संघने जंगल मिट्टी हेठां दब गए। उन्हां उत्ते होर मिट्टी जम जाण कारण ਉਹ ਨਿਪੀੜਿਤ हो गए। ਉੱਚੇ ਦਬਾਅ ਤੇ ਉੱਚੇ ਤਾਪਮਾਨ ਤੇ ਧਰਤੀ ਵਿੱਚ ਦੱਬੇ ਪੌਦੇ ਹੌਲੀ ਹੌਲੀ ਕੋਲੇ ਵਿੱਚ ਪਰਿਵਰਤਿਤ ਹੋ ਗਏ। ਕੋਲੇ ਵਿੱਚ ਮੁੱਖ ਰੂਪ ਵਿੱਚ ਕਾਰਬਨ ਹੁੰਦਾ ਹੈ। ਮ੍ਰਿਤ ਬਨਸਪਤੀ ਦੇ ਹੌਲੀ ਹੌਲੀ ਕੋਲੇ ਵਿੱਚ ਪਰਿਵਰਤਨ ਨੂੰ ਕਾਰਬਨੀਕਰਨ ਕਹਿੰਦੇ ਹਨ। ਪਿਆਰੇ ਬੱਚਿਓ, ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਰਹੇ ਹੋ ਕਿ ਕਿਸ ਤਰ੍ਹਾਂ ਕੋਲ ਮਾਈਨਿੰਗ ਦੇ ਵਿੱਚੋਂ ਮਸ਼ੀਨਾਂ ਦੁਆਰਾ ਕੋਲਾ ਕੱਢ ਕੇ ਇੱਕ ਟਰੱਕ ਦੇ ਵਿੱਚ ਲੱਦਿਆ ਜਾ ਰਿਹਾ ਹੈ। ਪ੍ਰਸ਼ਨ ਨੰਬਰ 4 ਖਾਲੀ ਥਾਵਾਂ ਭਰੋ। ਊੜਾ ਖਾਲੀ ਥਾਵਾਂ ਡੈਸ਼ ਅਤੇ ਡੈਸ਼ ਫੋਸਿਲ ਬਾਲਣ ਹਨ। ਪਿਆਰੇ ਬੱਚਿਓ, ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਫੋਸਿਲ ਬਾਲਣ ਹਨ। ਆੜਾ ਖਾਲੀ ਥਾਵਾਂ ਪੈਟਰੋਲੀਅਮ ਦੇ ਵੱਖ-ਵੱਖ ਘਟਕਾਂ ਨੂੰ ਵੱਖ ਕਰਨ ਦਾ ਪ੍ਰਕਰਮ ਡੈਸ਼ ਅਖਵਾਉਂਦਾ ਹੈ। ਪਿਆਰੇ ਬੱਚਿਓ, ਪੈਟਰੋਲੀਅਮ ਦੇ ਵੱਖ-ਵੱਖ ਘਟਕਾਂ ਨੂੰ ਵੱਖ ਕਰਨ ਦਾ ਪ੍ਰਕਰਮ ਕੀ ਅਖਵਾਉਂਦਾ ਹੈ। ਪੈਟਰੋਲੀਅਮ ਦੀ ਸੁਧਾਈ ਅਖਵਾਉਂਦਾ ਹੈ। ਈਡੀ ਖਾਲੀ ਥਾਵਾਂ ਵਾਹਨਾਂ ਦੇ ਲਈ ਸਭ ਤੋਂ ਘੱਟ ਪ੍ਰਦੂਸ਼ਣ ਬਾਲਣ ਡੈਸ਼ ਹੈ। ਪਿਆਰੇ ਬੱਚਿਓ, ਵਾਹਨਾਂ ਦੇ ਲਈ ਸਭ ਤੋਂ ਘੱਟ ਪ੍ਰਦੂਸ਼ਣ ਬਾਲਣ ਕਿਹੜਾ ਪਿਆਰੇ ਬੱਚਿਓ। ਨਿਪੀੜਿਤ ਕੁਦਰਤੀ ਗੈਸ, ਜਿਸ ਨੂੰ ਅਸੀਂ ਅੰਗਰੇਜ਼ੀ ਦੇ ਵਿੱਚ CNG ਆਖ ਦਿੰਦੇ ਹਾਂ। CNG ਦੀ ਫੁੱਲ ਫਾਰਮ ਹੁੰਦੀ ਹੈ ਕੰਪਰੈਸਡ ਭਾਵ ਨਿਪੀੜਿਤ, ਨੈਚੁਰਲ ਭਾਵ ਕੁਦਰਤੀ, ਗੈਸ ਮੀਨਸ ਗੈਸ। ਪ੍ਰਸ਼ਨ ਨੰਬਰ 5 ਹੇਠ ਲਿਖੇ ਕਥਨ ਠੀਕ ਹਨ ਜਾਂ ਗਲਤ ਹਨ। ਜੇਕਰ ਠੀਕ ਹੈ ਤਾਂ ਆਪਾਂ ਉਸ ਦੇ ਅੱਗੇ ਲਿਖ ਸਕਦੇ ਹਾਂ ਟਰੂ, ਜੇਕਰ ਗਲਤ ਨੇ ਤਾਂ ਅਸੀਂ ਲਿਖ ਸਕਦੇ ਹਾਂ ਉਹਨਾਂ ਦੇ ਅੱਗੇ ਫਾਲਸ। ਊੜਾ ਕਥਨ ਹੈ ਪਥਰਾਟ ਬਾਲਣ ਪ੍ਰਯੋਗਸ਼ਾਲਾ ਵਿੱਚ ਬਣਾਏ ਜਾ ਸਕਦੇ ਹਨ। ਇਹ ਕਥਨ ਪਿਆਰੇ ਬੱਚਿਓ ਬਿਲਕੁਲ ਗਲਤ ਹੈ, ਬਿਲਕੁਲ ਫਾਲਸ ਹੈ। ਜਿਹੜੇ ਪਥਰਾਟ ਬਾਲਣ ਆ ਉਹ ਪ੍ਰਯੋਗਸ਼ਾਲਾ ਵਿੱਚ ਨਹੀਂ ਬਣਾਏ ਜਾ ਸਕਦੇ। ਆੜਾ ਕਥਨ ਹੈ ਪੈਟਰੋਲ ਦੇ ਨਾਲੋਂ CNG ਵਧੇਰੇ ਪ੍ਰਦੂਸ਼ਕ ਬਾਲਣ ਹੈ। ਪਿਆਰੇ ਬੱਚਿਓ, ਇਹ ਕਥਨ ਵੀ ਬਿਲਕੁਲ ਗਲਤ ਹੈ, ਬਿਲਕੁਲ ਫਾਲਸ ਹੈ। ਪੈਟਰੋਲ ਨਾਲੋਂ ਜਿਹੜਾ CNG ਹੈ ਉਹ ਵਧੀਆ ਬਾਲਣ ਹੈ, ਨਾ ਕਿ ਪ੍ਰਦੂਸ਼ਕ ਬਾਲਣ ਹੈ। ਈਡੀ ਕਥਨ ਹੈ ਕੋਕ ਕਾਰਬਨ ਦਾ ਲਗਭਗ ਸ਼ੁੱਧ ਰੂਪ ਹੈ। ਇਹ ਕਥਨ ਪਿਆਰੇ ਬੱਚੋ ਬਿਲਕੁਲ ਸਹੀ ਹੈ, ਬਿਲਕੁਲ ਟਰੂ ਹੈ, ਬਿਲਕੁਲ ਠੀਕ ਹੈ। ਜਿਹੜਾ ਕੋਕ ਹੈ ਉਹ ਕਾਰਬਨ ਦਾ ਲਗਭਗ ਸ਼ੁੱਧ ਰੂਪ ਹੈ। ਸੱਸਾ ਕਥਨ ਹੈ ਕੋਲਤਾਰ ਵੱਖ-ਵੱਖ ਪਦਾਰਥਾਂ ਦਾ ਮਿਸ਼ਰਣ ਹੈ। ਇਹ ਕਥਨ ਪਿਆਰੇ ਬੱਚਿਓ ਬਿਲਕੁਲ ਠੀਕ ਹੈ, ਬਿਲਕੁਲ ਟਰੂ ਹੈ। ਜਿਹੜਾ ਕੋਲਤਾਰ ਹੁੰਦਾ ਉਹ ਵੱਖ-ਵੱਖ ਪਦਾਰਥਾਂ ਦਾ ਮਿਸ਼ਰਣ ਹੁੰਦਾ ਹੈ। ਹਾਹਾ ਕਥਨ ਹੈ ਮਿੱਟੀ ਦਾ ਤੇਲ ਇੱਕ ਪਥਰਾਟ ਬਾਲਣ ਨਹੀਂ ਹੈ। ਇਹ ਕਥਨ ਪਿਆਰੇ ਬੱਚਿਓ ਬਿਲਕੁਲ ਗਲਤ ਹੈ, ਬਿਲਕੁਲ ਫਾਲਸ ਹੈ। ਜਿਹੜਾ ਮਿੱਟੀ ਦਾ ਤੇਲ ਹੈ ਉਹ ਇੱਕ ਪਥਰਾਟ ਬਾਲਣ ਹੈ। ਪ੍ਰਸ਼ਨ ਨੰਬਰ 6 ਸਮਝਾਓ ਪਥਰਾਟ ਬਾਲਣ ਖਤਮ ਹੋਣ ਵਾਲੇ ਕੁਦਰਤੀ ਸਾਧਨ ਕਿਉਂ ਹਨ।
ਪਿਆਰੇ ਬੱਚਿਓ, ਪਥਰਾਟ ਬਾਲਣ ਖਤਮ ਹੋਣ ਵਾਲੇ ਕੁਦਰਤੀ ਸਾਧਨ ਇਸ ਲਈ ਹਨ ਕਿਉਂਕਿ ਧਰਤੀ ਉੱਤੇ ਪਥਰਾਟ ਬਾਲਣਾਂ ਦੇ ਭੰਡਾਰ ਸੀਮਿਤ ਮਾਤਰਾ ਵਿੱਚ ਹੀ ਮੌਜੂਦ ਹਨ ਅਤੇ ਇਹਨਾਂ ਨੂੰ ਦੁਬਾਰਾ ਬਣਨ ਵਿੱਚ ਲੱਖਾਂ ਸਾਲ ਲੱਗ ਜਾਂਦੇ ਹਨ। ਪ੍ਰਸ਼ਨ ਨੰਬਰ 7, ਕੋਕ ਦੇ ਗੁਣ ਅਤੇ ਵਰਤੋਂ ਦਾ ਵਰਣਨ ਕਰੋ। ਪਿਆਰੇ ਬੱਚਿਓ, ਕੋਕ ਦੇ ਗੁਣ। ਜਿਹੜਾ ਕੋਕ ਹੁੰਦਾ ਇਹ ਇੱਕ ਕਠੋਰ, ਮੁਸਾਮਦਾਰ ਅਤੇ ਕਾਲਾ ਪਦਾਰਥ ਹੈ। ਕੋਕ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ ਪਿਆਰੇ ਬੱਚਿਓ? ਕੋਕ ਦੀ ਵਰਤੋਂ ਸਟੀਲ ਦੇ ਨਿਰਮਾਣ ਅਤੇ ਕਈ ਧਾਤਾਂ ਦੇ ਨਿਸ਼ਕਰਸ਼ਣ ਵਿੱਚ ਕੀਤੀ ਜਾਂਦੀ ਹੈ। ਪ੍ਰਸ਼ਨ ਨੰਬਰ 8, ਪੈਟਰੋਲੀਅਮ ਨਿਰਮਾਣ ਦੇ ਪ੍ਰਕਰਮ ਨੂੰ ਸਮਝਾਓ। ਪਿਆਰੇ ਬੱਚਿਓ, ਲੱਖਾਂ ਸਾਲ ਪਹਿਲਾਂ ਜੋ ਸਮੁੰਦਰ ਵਿੱਚ ਰਹਿਣ ਵਾਲੇ ਜੀਵਾਂ ਦੇ ਮ੍ਰਿਤ ਸਰੀਰ ਸਮੁੰਦਰ ਥੱਲੇ ਜਾ ਕੇ ਜੰਮ ਗਏ ਅਤੇ ਫਿਰ ਰੇਤ ਅਤੇ ਮਿੱਟੀ ਦੀਆਂ ਤਹਿਾਂ ਨਾਲ ਢੱਕ ਗਏ। ਲੱਖਾਂ ਸਾਲਾਂ ਵਿੱਚ ਹਵਾ ਦੀ ਅਣਹੋਂਦ ਵਿੱਚ ਉੱਚੇ ਤਾਪ ਅਤੇ ਉੱਚ ਦਬਾਅ ਨੇ ਮਰੇ ਜੀਵਾਂ ਨੂੰ ਪੈਟਰੋਲੀਅਮ ਅਤੇ ਕੁਦਰਤੀ ਗੈਸ ਵਿੱਚ ਤਬਦੀਲ ਕਰ ਦਿੱਤਾ। ਪਿਆਰੇ ਬੱਚਿਓ, ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਪੈਟਰੋਲੀਅਮ ਸਮੁੰਦਰ ਦੇ ਵਿੱਚੋਂ ਕੱਢਣ ਤੋਂ ਉਪਰੰਤ ਪੈਟਰੋਲੀਅਮ ਦੇ ਵੱਖ-ਵੱਖ ਅੰਸ਼ਾਂ ਨੂੰ ਇਹਨਾਂ ਕਾਰਖਾਨਿਆਂ ਦੇ ਵਿੱਚ ਵੱਖ ਕੀਤਾ ਜਾਂਦਾ ਹੈ। ਇਹ ਇੱਕ ਆਇਲ ਰਿਫਾਈਨਰੀ ਹੈ। ਹੇਠ ਲਿਖੀ ਸਾਰਣੀ ਵਿੱਚ 1991 ਤੋਂ 1997 ਤੱਕ ਭਾਰਤ ਵਿੱਚ ਬਿਜਲੀ ਦੀ ਕੁੱਲ ਕਮੀ ਨੂੰ ਵਿਖਾਇਆ ਗਿਆ ਹੈ। ਇਹਨਾਂ ਅੰਕੜਿਆਂ ਨੂੰ ਗ੍ਰਾਫ ਦੁਆਰਾ ਦਰਸਾਓ। ਸਾਲ ਵਿੱਚ ਕਮੀ ਪ੍ਰਤੀਸ਼ਤਾਂ ਨੂੰ y ਧੁਰੇ ਤੇ ਅਤੇ ਸਾਲ ਨੂੰ x ਧੁਰੇ ਉੱਤੇ ਅੰਕਿਤ ਕਰੋ। ਪਿਆਰੇ ਬੱਚਿਓ, ਇਸ ਸਾਰਣੀ ਨੂੰ ਧਿਆਨ ਨਾਲ ਵੇਖੋ। ਇਸ ਦੇ ਵਿੱਚ ਪਹਿਲੇ ਕਾਲਮ ਦੇ ਵਿੱਚ ਲੜੀ ਨੰਬਰ, ਦੂਸਰੇ ਤੇ ਸਾਲ ਅਤੇ ਤੀਸਰੇ ਦੇ ਵਿੱਚ ਕਮੀ ਪ੍ਰਤੀਸ਼ਤ ਦਿੱਤਾ ਗਿਆ ਹੈ। ਲੜੀ ਨੰਬਰ ਪਿਆਰੇ ਬੱਚਿਓ 1 ਦੇ ਉੱਤੇ ਸਾਲ 1991 ਹੈ ਤੇ ਕਮੀ ਕਿੰਨੀ ਹੋਈ ਹੈ? 7.9%, ਜਿਸ ਨੂੰ ਕਿ ਅਸੀਂ ਇਸ ਧੁਰੇ ਤੇ ਅੰਕਿਤ ਕੀਤਾ ਹੈ। ਇਸ ਗ੍ਰਾਫ ਦੇ ਉੱਪਰ ਦੇਖੋ ਪਿਆਰੇ ਬੱਚਿਓ, ਇਹ ਸਾਲ 1991 ਹੈ ਅਤੇ ਜਿਹੜੀ ਕਮੀ ਪ੍ਰਤੀਸ਼ਤ ਹੈ ਇੱਥੇ ਕਿੰਨੀ ਦਿਖਾਈ ਗਈ ਹੈ? 7.9। 1992 ਦੇ ਵਿੱਚ ਕਮੀ ਪ੍ਰਤੀਸ਼ਤਤਾ ਕਿੰਨੀ ਦਿਖਾਈ ਗਈ ਹੈ ਪਿਆਰੇ ਬੱਚਿਓ? 7.8। 1993 ਦੇ ਵਿੱਚ ਕਮੀ ਪ੍ਰਤੀਸ਼ਤਤਾ ਕਿੰਨੀ ਦਿਖਾਈ ਗਈ ਹੈ? 8.3। ਸਾਲ 1993 ਦੇ ਵਿੱਚ। ਸਾਲ 1994 ਦੇ ਵਿੱਚ ਕਮੀ ਪ੍ਰਤੀਸ਼ਤਤਾ ਦਿਖਾਈ ਗਈ ਹੈ 7.4। ਇਹ ਰਿਹਾ ਸਾਲ 1994 ਤੇ ਕਮੀ ਪ੍ਰਤੀਸ਼ਤਤਾ ਕਿੰਨੀ ਦਿਖਾਈ ਗਈ ਹੈ? 7.4। 1995 ਦੇ ਵਿੱਚ ਕਮੀ ਪ੍ਰਤੀਸ਼ਤਤਾ ਕਿੰਨੀ ਦਿਖਾਈ ਗਈ ਹੈ? 7.1। ਇਹ ਰਿਹਾ ਸਾਲ 1995 ਤੇ ਰਹੀ ਕਮੀ ਪ੍ਰਤੀਸ਼ਤਤਾ 7.1। 1996 ਦੇ ਵਿੱਚ ਕਮੀ ਪ੍ਰਤੀਸ਼ਤਤਾ ਕਿੰਨੀ ਦਿਖਾਈ ਗਈ ਹੈ? 9.2। ਇਹ ਰਿਹਾ ਪਿਆਰੇ ਬੱਚਿਓ ਸਾਲ 1996 ਤੇ ਕਮੀ ਪ੍ਰਤੀਸ਼ਤਤਾ ਕਿੰਨੀ ਰਹੀ ਹੈ? 9.2। 1997 ਦੇ ਵਿੱਚ ਕਮੀ ਪ੍ਰਤੀਸ਼ਤਤਾ ਕਿੰਨੀ ਰਹੀ ਹੈ? 11.5। ਇਹ ਰਿਹਾ ਸਾਲ 1997 ਤੇ ਕਮੀ ਪ੍ਰਤੀਸ਼ਤਤਾ ਕਿੰਨੀ ਰਹੀ ਹੈ ਪਿਆਰੇ ਬੱਚਿਓ? 11.5। ਇਸ ਦੇ ਵਿੱਚ ਪਿਆਰੇ ਬੱਚਿਓ ਜਿਹੜੇ ਸਾਲ ਵਿੱਚ ਕਮੀ ਪ੍ਰਤੀਸ਼ਤ ਹੈ, ਕਮੀ ਪ੍ਰਤੀਸ਼ਤਤਾ ਨੂੰ ਕਿਸ ਧੁਰੇ ਤੇ ਦਰਸਾਇਆ ਗਿਆ? y ਧੁਰੇ ਤੇ x ਧੁਰੇ ਤੇ ਕੀ ਅੰਕਿਤ ਕੀਤੇ ਗਏ ਆ? x ਧੁਰੇ ਤੇ ਅੰਕਿਤ ਕੀਤੇ ਗਏ ਪਿਆਰੇ ਬੱਚਿਓ ਸਾਲ। ਪਾਠ ਨੰਬਰ 5, ਕੋਲਾ ਤੇ ਪੈਟਰੋਲੀਅਮ। ਇੱਕ ਨੰਬਰ ਵਾਲੇ ਬਹੁ ਵਿਕਲਪੀ ਪ੍ਰਸ਼ਨ। ਪਹਿਲਾ ਪ੍ਰਸ਼ਨ ਹੈ PCRA ਦਾ ਅਰਥ ਹੈ। ਇਸ ਦੇ ਆਪਸ਼ਨ ਦਿੱਤੇ ਨੇ। ਊੜਾ ਆਪਸ਼ਨ ਹੈ ਪਬਲਿਕ ਸੁਰੱਖਿਅਨ ਖੋਜ ਸੰਮਤੀ, ਆੜਾ ਆਪਸ਼ਨ ਹੈ ਪੈਟਰੋਲੀਅਮ ਸੁਰੱਖਿਅਨ ਖੋਜ ਸੰਮਤੀ, ਈਡੀ ਆਪਸ਼ਨ ਹੈ ਪਬਲਿਕ ਪਰਿਸ਼ਦ ਖੋਜ ਸੰਮਤੀ, ਸੱਸਾ ਆਪਸ਼ਨ ਹੈ ਇਹਨਾਂ ਵਿੱਚੋਂ ਕੋਈ ਨਹੀਂ। ਪਿਆਰੇ ਬੱਚਿਓ, PCRA ਦਾ ਅਰਥ ਹੁੰਦਾ ਹੈ ਪੈਟਰੋਲੀਅਮ ਸੁਰੱਖਿਅਨ ਖੋਜ ਸੰਮਤੀ। PCRA ਦੀ ਇੰਗਲਿਸ਼ ਦੇ ਵਿੱਚ ਫੁੱਲ ਫਾਰਮ ਹੁੰਦੀ ਹੈ ਪਿਆਰੇ ਬੱਚਿਓ ਪੈਟਰੋਲੀਅਮ ਕੰਜ਼ਰਵੇਸ਼ਨ ਰਿਸਰਚ ਐਸੋਸੀਏਸ਼ਨ। ਪਹਿਲੇ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਸ਼ਨ ਆੜਾ ਪੈਟਰੋਲੀਅਮ ਸੁਰੱਖਿਅਨ ਖੋਜ ਸੰਮਤੀ। ਦੂਸਰਾ ਪ੍ਰਸ਼ਨ ਹੈ LPG ਭਾਵ ਲਿਕੁਇਡ ਪੈਟਰੋਲੀਅਮ ਗੈਸ ਇੱਕ ਰੰਗਹੀਣ ਅਤੇ ਗੰਧਹੀਣ ਗੈਸ ਹੈ, ਪਰੰਤੂ ਜਦੋਂ ਕਦੀ ਇਹ ਸਿਲੰਡਰ ਵਿੱਚੋਂ ਲੀਕ ਹੋ ਜਾਂਦੀ ਹੈ ਤਾਂ ਬਹੁਤ ਤਿੱਖੀ ਗੰਧ ਆਉਂਦੀ ਹੈ। ਇਸ ਤਿੱਖੀ ਗੰਧ ਲਈ ਜ਼ਿੰਮੇਵਾਰ ਰਸਾਇਣ ਦਾ ਨਾਮ ਦੱਸੋ। ਇਸ ਦੇ ਆਪਸ਼ਨ ਦਿੱਤੇ ਨੇ। ਊੜਾ ਆਪਸ਼ਨ ਹੈ ਇਥਾਈਲ ਅਲਕੋਹਲ, ਆੜਾ ਆਪਸ਼ਨ ਹੈ ਸੋਡੀਅਮ ਹਾਈਡਰੋਕਸਾਈਡ, ਈਡੀ ਆਪਸ਼ਨ ਹੈ ਇਥਾਈਲ ਮਰਕੈਪਟਨ, ਸੱਸਾ ਆਪਸ਼ਨ ਹੈ ਕਾਰਬਨ ਮੋਨੋਆਕਸਾਈਡ। ਪਿਆਰੇ ਬੱਚਿਓ, LPG ਜਿਹੜੀ ਗੈਸ ਹੁੰਦੀ ਹੈ ਉਹ ਰੰਗਹੀਣ ਤੇ ਗੰਧਹੀਣ ਹੈ, ਪਰੰਤੂ ਜਦੋਂ ਇਹ ਸਿਲੰਡਰ ਦੇ ਵਿੱਚੋਂ ਲੀਕ ਹੋ ਜਾਂਦੀ ਹੈ ਤਾਂ ਸਾਨੂੰ ਬਹੁਤ ਤਿੱਖੀ ਗੰਧ ਆਉਂਦੀ ਹੈ। ਇਸ ਤਿੱਖੀ ਗੰਧ ਲਈ ਜਿਹੜਾ ਜ਼ਿੰਮੇਵਾਰ ਰਸਾਇਣ ਹੈ ਉਹ ਕਿਹੜਾ ਹੁੰਦਾ ਹੈ? ਉਹ ਹੁੰਦਾ ਪਿਆਰੇ ਬੱਚਿਓ ਇਥਾਈਲ ਮਰਕੈਪਟਨ। ਦੂਸਰੇ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਸ਼ਨ ਈਡੀ ਇਥਾਈਲ ਮਰਕੈਪਟਨ। ਤੀਸਰਾ ਪ੍ਰਸ਼ਨ ਹੈ ਅਸੀਂ ਜਾਣਦੇ ਹਾਂ ਕਿ ਪੈਟਰੋਲੀਅਮ ਕਈ ਸੰਘਟਕਾਂ ਨਾਲ ਮਿਲ ਕੇ ਬਣਿਆ ਹੋਇਆ ਇੱਕ ਮਿਸ਼ਰਣ ਹੈ।
ਇਸ ਦੇ ਸੰਘਟਕਾਂ ਨੂੰ ਕਿਸ ਵਿਧੀ ਦੁਆਰਾ ਵੱਖ ਕੀਤਾ ਜਾਂਦਾ ਹੈ? ਇਸ ਦੇ ਆਪਸ਼ਨ ਦਿੱਤੇ ਨੇ। ਊੜਾ ਆਪਸ਼ਨ ਹੈ ਅੰਸ਼ਕ ਕਸ਼ੀਦਨ, ਆੜਾ ਆਪਸ਼ਨ ਹੈ ਪੂਰਨ ਕਸ਼ੀਦਨ, ਈੜੀ ਆਪਸ਼ਨ ਹੈ ਕਸ਼ੀਦਨ, ਸੱਸਾ ਆਪਸ਼ਨ ਹੈ ਇਹ ਸਾਰੇ। ਪਿਆਰੇ ਬੱਚਿਓ, ਪੈਟਰੋਲੀਅਮ ਕਈ ਸੰਘਟਕਾਂ ਨਾਲ ਮਿਲ ਕੇ ਬਣਿਆ ਹੁੰਦਾ ਹੈ। ਇਹਨਾਂ ਸੰਘਟਕਾਂ ਨੂੰ ਕਿਸ ਵਿਧੀ ਦੁਆਰਾ ਵੱਖ ਕੀਤਾ ਜਾਂਦਾ ਹੈ? ਇਹਨਾਂ ਸੰਘਟਕਾਂ ਨੂੰ ਪਿਆਰੇ ਬੱਚਿਓ ਵੱਖ ਕੀਤਾ ਜਾਂਦਾ ਹੈ ਅੰਸ਼ਕ ਕਸ਼ੀਦਨ ਵਿਧੀ ਦੁਆਰਾ। ਤੀਸਰੇ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਸ਼ਨ ਊੜਾ ਅੰਸ਼ਕ ਕਸ਼ੀਦਨ। ਚੌਥਾ ਪ੍ਰਸ਼ਨ ਅਸੀਂ ਜਾਣਦੇ ਹਾਂ ਕਿ LPG ਇੱਕ ਗੈਸ ਹੈ, ਪਰੰਤੂ ਇਸ ਨੂੰ ਸਿਲੰਡਰ ਵਿੱਚ द्रव ਦੇ ਰੂਪ ਵਿੱਚ ਭਰਿਆ ਜਾਂਦਾ ਹੈ। ਇਸ ਨੂੰ ਗੈਸ ਤੋਂ द्रव ਦੇ ਰੂਪ ਵਿੱਚ ਕਿਸ ਪ੍ਰਕਾਰ ਬਦਲਿਆ ਜਾਂਦਾ ਹੈ? ਇਸ ਦੇ ਆਪਸ਼ਨ ਦਿੱਤੇ ਨੇ। ਊੜਾ ਆਪਸ਼ਨ ਹੈ ਆਇਤਨ ਵਧਾਉਣ ਨਾਲ, ਆੜਾ ਆਪਸ਼ਨ ਹੈ ਦਬਾਅ ਵਧਾਉਣ ਨਾਲ, ਈਡੀ ਆਪਸ਼ਨ ਹੈ ਤਾਪਮਾਨ ਵਧਾਉਣ ਨਾਲ, ਸੱਸਾ ਆਪਸ਼ਨ ਹੈ ਦਬਾਅ ਘਟਾਉਣ ਨਾਲ। ਪਿਆਰੇ ਬੱਚਿਓ, LPG ਇੱਕ ਗੈਸ ਹੈ, ਪਰੰਤੂ ਜਦੋਂ ਸਿਲੰਡਰ ਦੇ ਵਿੱਚ ਭਰਦੇ ਹਾਂ ਤਾਂ ਇਹ द्रव ਰੂਪ ਵਿੱਚ ਹੁੰਦੀ ਹੈ। ਇਸ ਨੂੰ ਗੈਸ ਤੋਂ द्रव ਦੇ ਰੂਪ ਵਿੱਚ ਕਿਵੇਂ ਬਦਲਿਆ ਜਾਂਦਾ ਹੈ? ਦਬਾਅ ਵਧਾਉਣ ਨਾਲ ਬਦਲਿਆ ਜਾਂਦਾ ਹੈ। ਪਿਆਰੇ ਬੱਚਿਓ, ਚੌਥੇ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਸ਼ਨ ਆੜਾ ਦਬਾਅ ਵਧਾਉਣ ਨਾਲ। ਪੰਜਵਾਂ ਪ੍ਰਸ਼ਨ ਹੈ, ਜਦੋਂ ਕੋਲਾ ਅਤੇ ਪੈਟਰੋਲ ਸੰਸਾਰ ਵਿੱਚੋਂ ਪੂਰੀ ਤਰ੍ਹਾਂ ਖਤਮ ਹੋ ਜਾਣਗੇ ਤਾਂ ਭਵਿੱਖ ਵਿੱਚ ਕਿਸ ਬਾਲਣ ਦੀ ਵਰਤੋਂ ਕੀਤੀ ਜਾਵੇਗੀ? ਇਸ ਦੇ ਆਪਸ਼ਨ ਦਿੱਤੇ ਨੇ। ਊੜਾ ਆਪਸ਼ਨ ਹੈ ਲੱਕੜ, ਆੜਾ ਆਪਸ਼ਨ ਹੈ ਪਰਾਲੀ, ਈੜੀ ਆਪਸ਼ਨ ਹੈ ਸਰੋਂ ਦਾ ਤੇਲ, ਸੱਸਾ ਆਪਸ਼ਨ ਹੈ ਹਾਈਡਰੋਜਨ ਗੈਸ। ਪਿਆਰੇ ਬੱਚਿਓ, ਜਦੋਂ ਕੋਲਾ ਤੇ ਪੈਟਰੋਲ ਸੰਸਾਰ ਵਿੱਚੋਂ ਪੂਰੀ ਤਰ੍ਹਾਂ ਖਤਮ ਹੋ ਜਾਣਗੇ ਤਾਂ ਭਵਿੱਖ ਵਿੱਚ ਕਿਸ ਬਾਲਣ ਦੀ ਵਰਤੋਂ ਕੀਤੀ ਜਾਵੇਗੀ? ਪਿਆਰੇ ਬੱਚਿਓ, ਭਵਿੱਖ ਵਿੱਚ ਵਰਤੋਂ ਕੀਤੀ ਜਾਵੇਗੀ ਹਾਈਡਰੋਜਨ ਗੈਸ ਦੀ। ਪੰਜਵੇਂ ਪ੍ਰਸ਼ਨ ਦਾ ਸਹੀ ਆਨਸਰ ਹੈ ਆਪਸ਼ਨ ਸੱਸਾ ਹਾਈਡਰੋਜਨ ਗੈਸ। ਛੇਵਾਂ ਪ੍ਰਸ਼ਨ ਹੈ, ਕੋਕ ਇੱਕ ਬਾਲਣ ਦੇ ਤੌਰ ਤੇ ਕੋਲੇ ਤੋਂ ਕਿਵੇਂ ਜ਼ਿਆਦਾ ਵਧੀਆ ਮੰਨਿਆ ਜਾਂਦਾ ਹੈ? ਇਸ ਦੇ ਆਪਸ਼ਨ ਦਿੱਤੇ ਨੇ। ਊੜਾ ਆਪਸ਼ਨ ਹੈ ਕੋਲਾ ਇੱਕ ਖਣਿਜ ਹੈ ਜੋ ਧੂਏ ਨਾਲ ਜਲਦਾ ਹੈ, ਜਦਕਿ ਕੋਕ ਬਿਨਾਂ ਧੂਏ ਤੋਂ ਜਲਦਾ ਹੈ। ਆੜਾ ਆਪਸ਼ਨ ਹੈ ਕੋਲਾ ਕਾਰਬਨ ਦਾ ਇੱਕ ਅਸ਼ੁੱਧ ਰੂਪ ਹੈ, ਜਦਕਿ ਕੋਕ ਕਾਰਬਨ ਦਾ ਸ਼ੁੱਧ ਰੂਪ ਹੈ। ਈਡੀ ਆਪਸ਼ਨ ਹੈ ਕੋਲੇ ਦਾ ਕੈਲੋਰੀ ਮੁੱਲ ਘੱਟ ਹੈ, ਜਦਕਿ ਕੋਕ ਦਾ ਕੈਲੋਰੀ ਮੁੱਲ ਵੱਧ ਹੈ। ਆਪਸ਼ਨ ਸੱਸਾ ਉਪਰੋਕਤ ਸਾਰੇ। ਪਿਆਰੇ ਬੱਚਿਓ, ਕੋਕ ਇੱਕ ਬਾਲਣ ਦੇ ਤੌਰ ਤੇ ਕੋਲੇ ਤੋਂ ਜ਼ਿਆਦਾ ਵਧੀਆ ਹੈ। ਕਿਉਂ ਹੈ? ਕੋਲਾ ਇੱਕ ਖਣਿਜ ਹੈ ਜੋ ਧੂਏ ਨਾਲ ਜਲਦਾ ਹੈ, ਜਦਕਿ ਜਿਹੜਾ ਕੋਕ ਹੁੰਦਾ ਉਹ ਬਿਨਾਂ ਧੂਏ ਤੋਂ ਜਲਦਾ ਹੈ। ਇਹ ਕਥਨ ਬਿਲਕੁਲ ਸਹੀ ਹੈ। ਕੋਲਾ ਕਾਰਬਨ ਦਾ ਅਸ਼ੁੱਧ ਰੂਪ ਹੈ, ਜਦਕਿ ਕੋਕ ਕਾਰਬਨ ਦਾ ਸ਼ੁੱਧ ਰੂਪ ਹੈ। ਇਹ ਕਥਨ ਵੀ ਪਿਆਰੇ ਬੱਚਿਓ ਬਿਲਕੁਲ ਸਹੀ ਹੈ। ਕੋਲੇ ਦਾ ਕੈਲੋਰੀ ਮੁੱਲ ਘੱਟ ਹੈ, ਜਦਕਿ ਕੋਕ ਦਾ ਕੈਲੋਰੀ ਮੁੱਲ ਵੱਧ ਹੈ। ਇਹ ਕਥਨ ਵੀ ਪਿਆਰੇ ਬੱਚਿਓ ਬਿਲਕੁਲ ਸਹੀ ਹੈ। ਤਾਂ ਛੇਵੇਂ ਪ੍ਰਸ਼ਨ ਦਾ ਸਹੀ ਉੱਤਰ ਆ ਜਾਵੇਗਾ ਆਪਸ਼ਨ ਸੱਸਾ ਉਪਰੋਕਤ ਸਾਰੇ। ਸੱਤਵਾਂ ਪ੍ਰਸ਼ਨ ਹੈ, ਹੇਠਾਂ ਦਿੱਤੀ ਕੋਲੇ ਦੀ ਕਿਸਮ ਨੂੰ ਉਸਦੀ ਕੁਆਲਿਟੀ ਦੇ ਅਨੁਸਾਰ ਲੈਂਦੇ ਕ੍ਰਮ ਵਿੱਚ ਲਿਖੋ। ਇਸ ਦੇ ਆਪਸ਼ਨ ਦਿੱਤੇ ਨੇ। ਊੜਾ ਆਪਸ਼ਨ ਹੈ ਪੀਟ, ਬਿਟੂਮਨਸ, ਲਿਗਨਾਈਟ, ਐਂਥਰਾਸਾਈਟ। ਆੜਾ ਆਪਸ਼ਨ ਹੈ ਬਿਟੂਮਨਸ, ਪੀਟ, ਲਿਗਨਾਈਟ, ਐਂਥਰਾਸਾਈਟ। ਈਡੀ ਆਪਸ਼ਨ ਹੈ ਐਂਥਰਾਸਾਈਟ, ਬਿਟੂਮਨਸ, ਲਿਗਨਾਈਟ, ਪੀਟ। ਸੱਸਾ ਆਪਸ਼ਨ ਹੈ ਲਿਗਨਾਈਟ, ਐਂਥਰਾਸਾਈਟ, ਬਿਟੂਮਨਸ, ਪੀਟ। ਪਿਆਰੇ ਬੱਚਿਓ, ਇਹਨਾਂ ਆਪਸ਼ਨਾਂ ਦੇ ਵਿੱਚੋਂ ਕੋਲੇ ਦੀ ਕਿਸਮ ਨੂੰ ਉਹਦੀ ਕੁਆਲਿਟੀ ਦੇ ਅਨੁਸਾਰ ਜੇਕਰ ਸਹੀ ਲੈਂਦੇ ਕ੍ਰਮ ਦੇ ਵਿੱਚ ਰੱਖਣਾ ਹੋਵੇ ਤਾਂ ਕਿਹੜਾ ਹੋਵੇਗਾ? ਉਹ ਹੋਵੇਗਾ ਆਪਸ਼ਨ ਈਡੀ, ਐਂਥਰਾਸਾਈਟ, ਬਿਟੂਮਨਸ, ਲਿਗਨਾਈਟ, ਪੀਟ। ਸੱਤਵੇਂ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਸ਼ਨ ਈਡੀ, ਐਂਥਰਾਸਾਈਟ, ਬਿਟੂਮਨਸ, ਲਿਗਨਾਈਟ, ਪੀਟ। ਅੱਠਵਾਂ ਪ੍ਰਸ਼ਨ ਹੈ, ਲੱਖਾਂ ਸਾਲ ਪਹਿਲਾਂ ਜੰਗਲ ਕੁਦਰਤੀ ਘਟਨਾਵਾਂ ਕਾਰਨ ਮਿੱਟੀ ਹੇਠ ਦਬ ਗਏ। ਉਹਨਾਂ ਉੱਪਰ ਹੋਰ ਮਿੱਟੀ ਜੰਮ ਜਾਣ ਕਾਰਨ ਉਹ ਨਿਪੀੜਤ ਹੋ ਗਈ ਅਤੇ ਉਹਨਾਂ ਦਾ ਤਾਪਮਾਨ ਵੀ ਵੱਧਦਾ ਗਿਆ, ਜਿਸ ਨਾਲ ਉਹ ਜੰਗਲ ਕੋਲੇ ਵਿੱਚ ਬਦਲ ਗਏ। ਮ੍ਰਿਤ ਬਨਸਪਤੀ ਦੇ ਹੌਲੀ-ਹੌਲੀ ਕੋਲੇ ਵਿੱਚ ਤਬਦੀਲ ਹੋਣ ਨੂੰ ਕੀ ਕਿਹਾ ਜਾਂਦਾ ਹੈ? ਇਸ ਦੇ ਆਪਸ਼ਨ ਦਿੱਤੇ ਨੇ। ਆਪਸ਼ਨ ਊੜਾ ਪ੍ਰਕਾਸ਼ ਸੰਸਲੇਸ਼ਨ, ਆੜਾ ਆਪਸ਼ਨ ਹੈ ਆਕਸੀਕਰਨ, ਈਡੀ ਆਪਸ਼ਨ ਹੈ ਕਾਰਬਨੀਕਰਨ, ਸੱਸਾ ਆਪਸ਼ਨ ਹੈ ਲਘੂਕਰਨ। ਪਿਆਰੇ ਬੱਚਿਓ, ਲੱਖਾਂ ਸਾਲ ਪਹਿਲਾਂ ਜੰਗਲ ਜੋ ਕੁਦਰਤੀ ਘਟਨਾਵਾਂ ਕਾਰਨ ਮਿੱਟੀ ਹੇਠਾਂ ਦਬ ਗਏ ਸੀ, ਉਹਨਾਂ ਉੱਪਰ ਹੋਰ ਮਿੱਟੀ ਜੰਮ ਜਾਣ ਕਾਰਨ ਉਹ ਨਿਪੀੜਤ ਹੋ ਗਏ ਤੇ ਉਹਨਾਂ ਦਾ ਤਾਪਮਾਨ ਵੀ ਵੱਧਦਾ ਗਿਆ ਤੇ ਉਹ ਜੰਗਲ ਨੇ ਜਿਹੜੇ ਕੋਲੇ ਦੇ ਵਿੱਚ ਬਦਲ ਗਏ। ਮ੍ਰਿਤ ਬਨਸਪਤੀ ਦੇ ਹੌਲੀ-ਹੌਲੀ ਵਿੱਚ ਕੋਲੇ ਦੇ ਵਿੱਚ ਤਬਦੀਲ ਹੋਣ ਨੂੰ ਕੀ ਕਿਹਾ ਜਾਂਦਾ? ਪਿਆਰੇ ਬੱਚਿਓ, ਇਸ ਨੂੰ ਕਿਹਾ ਜਾਂਦਾ ਹੈ ਕਾਰਬਨੀਕਰਨ। ਅੱਠਵੇਂ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਸ਼ਨ ਈਡੀ, ਕਾਰਬਨੀਕਰਨ। ਨੌਵਾਂ ਪ੍ਰਸ਼ਨ ਹੈ, ਪੈਟਰੋਲੀਅਮ ਦੀ ਸੁਧਾਈ ਵਿੱਚ ਸਭ ਤੋਂ ਵੱਧ ਉਬਾਲ ਦਰਜੇ ਦੀ ਭਾਫ਼ ਕਿੱਥੇ ਪ੍ਰਾਪਤ ਹੁੰਦੀ ਹੈ? ਇਸ ਦੇ ਆਪਸ਼ਨ ਦਿੱਤੇ ਨੇ। ਸਭ ਤੋਂ ਉੱਪਰਲੇ ਹਿੱਸੇ ਵਿੱਚ, ਆੜਾ ਆਪਸ਼ਨ ਹੈ ਸਭ ਤੋਂ ਨਿਚਲੇ ਹਿੱਸੇ ਵਿੱਚ, ਈਡੀ ਆਪਸ਼ਨ ਹੈ ਮੱਧ ਹਿੱਸੇ ਵਿੱਚ, ਸੱਸਾ ਆਪਸ਼ਨ ਹੈ ਦੱਸਿਆ ਨਹੀਂ ਜਾ ਸਕਦਾ। ਪਿਆਰੇ ਬੱਚਿਓ, ਪੈਟਰੋਲੀਅਮ ਦੀ ਸੁਧਾਈ ਵਿੱਚ ਸਭ ਤੋਂ ਵੱਧ ਉਬਾਲ ਦਰਜੇ ਦੀ ਭਾਫ਼ ਕਿੱਥੇ ਪ੍ਰਾਪਤ ਹੁੰਦੀ ਹੈ? ਸਭ ਤੋਂ ਉੱਪਰਲੇ ਹਿੱਸੇ ਵਿੱਚ ਪ੍ਰਾਪਤ ਹੁੰਦੀ ਹੈ। ਨੌਵੇਂ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਸ਼ਨ ਊੜਾ, ਸਭ ਤੋਂ ਉੱਪਰਲੇ ਹਿੱਸੇ ਵਿੱਚ। 10ਵਾਂ ਪ੍ਰਸ਼ਨ ਹੈ, ਕੁਦਰਤੀ ਗੈਸ ਵਿੱਚ ਮੁੱਖ ਤੌਰ ਤੇ ਕਿਹੜੀ ਗੈਸ ਸ਼ਾਮਿਲ ਹੁੰਦੀ ਹੈ?
ਇਸ ਦੇ ਆਪਸ਼ਨ ਦਿੱਤੇ ਨੇ, ਆਪਸ਼ਨ ਊੜਾ ਇਥੇਨ, ਆਪਸ਼ਨ ਆੜਾ ਮਿਥੇਨ, ਆਪਸ਼ਨ ਈਡੀ ਪ੍ਰੋਪੇਨ, ਆਪਸ਼ਨ ਸੱਸਾ ਬਿਊਟੇਨ। ਕੁਦਰਤੀ ਗੈਸ ਵਿੱਚ ਮੁੱਖ ਤੌਰ ਤੇ ਪਿਆਰੇ ਬੱਚਿਓ ਕਿਹੜੀ ਗੈਸ ਸ਼ਾਮਿਲ ਹੁੰਦੀ ਹੈ? ਉਹ ਗੈਸ ਹੁੰਦੀ ਹੈ ਪਿਆਰੇ ਬੱਚਿਓ ਮਿਥੇਨ, ਜਿਸ ਨੂੰ ਅਸੀਂ ਲਿਖਦੇ ਹਾਂ CH4। 11ਵਾਂ ਪ੍ਰਸ਼ਨ ਹੈ, ਪੈਟਰੋਲੀਅਮ ਦੀ ਸੁਧਾਈ ਦੌਰਾਨ ਕੱਚੇ ਪੈਟਰੋਲੀਅਮ ਨੂੰ ਕਿੰਨੇ ਤਾਪਮਾਨ ਤੇ ਗਰਮ ਕੀਤਾ ਜਾਂਦਾ ਹੈ? ਇਸ ਦੇ ਆਪਸ਼ਨ ਦਿੱਤੇ ਨੇ, ਆਪਸ਼ਨ ਊੜਾ 600 ਡਿਗਰੀ ਸੈਲਸੀਅਸ, ਆੜਾ ਆਪਸ਼ਨ ਹੈ 400 ਤੋਂ 500 ਡਿਗਰੀ ਸੈਲਸੀਅਸ, ਈਡੀ ਆਪਸ਼ਨ ਹੈ 200 ਡਿਗਰੀ ਸੈਲਸੀਅਸ, ਸੱਸਾ ਆਪਸ਼ਨ ਹੈ 100 ਡਿਗਰੀ ਸੈਲਸੀਅਸ। ਪਿਆਰੇ ਬੱਚਿਓ, ਪੈਟਰੋਲੀਅਮ ਦੀ ਸੁਧਾਈ ਦੌਰਾਨ ਕੱਚੇ ਪੈਟਰੋਲੀਅਮ ਨੂੰ ਕਿੰਨੇ ਤਾਪਮਾਨ ਤੇ ਗਰਮ ਕੀਤਾ ਜਾਂਦਾ ਹੈ? ਪੈਟਰੋਲੀਅਮ ਨੂੰ ਗਰਮ ਕੀਤਾ ਜਾਂਦਾ ਹੈ 400 ਡਿਗਰੀ ਤੋਂ ਲੈ ਕੇ 500 ਡਿਗਰੀ ਸੈਲਸੀਅਸ ਤੱਕ। 11ਵੇਂ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਸ਼ਨ ਆੜਾ 400 ਡਿਗਰੀ ਤੋਂ 500 ਡਿਗਰੀ ਸੈਲਸੀਅਸ ਤੱਕ। 12ਵਾਂ ਪ੍ਰਸ਼ਨ ਹੈ, ਸੰਬੋਧਨ ਭਾਵ ਅਸਰਸ਼ਨ। ਪੈਟਰੋਲੀਅਮ ਨੂੰ ਕਾਲਾ ਸੋਨਾ ਕਿਹਾ ਜਾਂਦਾ ਹੈ। ਕਾਰਨ ਭਾਵ ਰੀਜ਼ਨ, ਵਪਾਰਕ ਮਹੱਤਤਾ ਦੇ ਕਾਰਨ ਪੈਟਰੋਲੀਅਮ ਨੂੰ ਕਾਲਾ ਸੋਨਾ ਕਿਹਾ ਜਾਂਦਾ ਹੈ। ਇਸ ਦੇ ਆਪਸ਼ਨ ਦਿੱਤੇ ਨੇ, ਆਪਸ਼ਨ ਊੜਾ ਅਜ਼ਰਸ਼ਨ ਸਹੀ ਹੈ ਅਤੇ ਰੀਜ਼ਨ ਅਸਰਸ਼ਨ ਦੀ ਸਹੀ ਵਿਆਖਿਆ ਹੈ। ਆੜਾ ਆਪਸ਼ਨ ਦਿੱਤਾ ਹੈ ਅਸਰਸ਼ਨ ਸਹੀ ਹੈ ਅਤੇ ਰੀਜ਼ਨ ਅਸਰਸ਼ਨ ਦੀ ਸਹੀ ਵਿਆਖਿਆ ਨਹੀਂ ਹੈ। ਈਡੀ ਆਪਸ਼ਨ ਹੈ ਅਸਰਸ਼ਨ ਠੀਕ ਹੈ ਅਤੇ ਰੀਜ਼ਨ ਗਲਤ ਹੈ। ਸੱਸਾ ਆਪਸ਼ਨ ਹੈ ਅਸਰਸ਼ਨ ਗਲਤ ਹੈ ਅਤੇ ਜਿਹੜਾ ਰੀਜ਼ਨ ਹੈ ਉਹ ਸਹੀ ਹੈ। ਪਿਆਰੇ ਬੱਚਿਓ, ਪੈਟਰੋਲੀਅਮ ਨੂੰ ਕਾਲਾ ਸੋਨਾ ਕਿਹਾ ਜਾਂਦਾ, ਇਹ ਕਥਨ ਪਿਆਰੇ ਬੱਚਿਓ ਬਿਲਕੁਲ ਸਹੀ ਹੈ। ਵਪਾਰਕ ਮਹੱਤਤਾ ਦੇ ਕਾਰਨ ਪੈਟਰੋਲੀਅਮ ਨੂੰ ਕਾਲਾ ਸੋਨਾ ਕਿਹਾ ਜਾਂਦਾ ਹੈ, ਇਹ ਕਥਨ ਵੀ ਬਿਲਕੁਲ ਸਹੀ ਹੈ। ਤਾਂ ਪਿਆਰੇ ਬੱਚਿਓ, 12ਵੇਂ ਪ੍ਰਸ਼ਨ ਦਾ ਸਹੀ ਆਨਸਰ ਆ ਜਾਵੇਗਾ ਆਪਸ਼ਨ ਊੜਾ ਅਸਰਸ਼ਨ ਸਹੀ ਹੈ ਅਤੇ ਜਿਹੜੀ ਰੀਜ਼ਨ ਹੈ ਉਹ ਅਸਰਸ਼ਨ ਦੀ ਸਹੀ ਵਿਆਖਿਆ ਹੈ। 13ਵਾਂ ਪ੍ਰਸ਼ਨ ਹੈ, ਰਾਕੇਟ ਵਿੱਚ ਵਰਤੇ ਜਾਣ ਵਾਲੇ ਬਾਲਣ ਦੀਆਂ ਕੀ ਵਿਸ਼ੇਸ਼ਤਾਵਾਂ ਹੁੰਦੀਆਂ ਹਨ? ਇਸ ਦੇ ਆਪਸ਼ਨ ਦਿੱਤੇ ਨੇ, ਆਪਸ਼ਨ ਊੜਾ ਹਲਕਾ ਤੇ ਸੰਘਣਾ, ਆੜਾ ਆਪਸ਼ਨ ਹੈ ਉੱਚ ਕੈਲੋਰੀਮਾਨ, ਈਡੀ ਆਪਸ਼ਨ ਹੈ ਜ਼ਿਆਦਾ ਜਲਣਸ਼ੀਲ, ਸੱਸਾ ਆਪਸ਼ਨ ਹੈ ਉਪਰੋਕਤ ਸਾਰੇ। ਪਿਆਰੇ ਬੱਚਿਓ, ਰਾਕਟ ਵਿੱਚ ਵਰਤੇ ਜਾਣ ਵਾਲੇ ਬਾਲਣ ਦੀਆਂ ਕੀ ਵਿਸ਼ੇਸ਼ਤਾਵਾਂ ਹੁੰਦੀਆਂ ਨੇ? ਉਹ ਹਲਕਾ ਤੇ ਸੰਘਣਾ ਹੋਣਾ ਚਾਹੀਦਾ ਹੈ, ਇਹ ਕਥਨ ਵੀ ਬਿਲਕੁਲ ਸਹੀ ਹੈ। ਉੱਚ ਕੈਲੋਰੀਮਾਨ ਹੋਣਾ ਚਾਹੀਦਾ ਹੈ, ਇਹ ਕਥਨ ਵੀ ਪਿਆਰੇ ਬੱਚਿਓ ਬਿਲਕੁਲ ਸਹੀ ਹੈ। ਜ਼ਿਆਦਾ ਜਲਣਸ਼ੀਲ ਹੋਣਾ ਚਾਹੀਦਾ ਹੈ, ਇਹ ਕਥਨ ਵੀ ਪਿਆਰੇ ਬੱਚਿਓ ਬਿਲਕੁਲ ਸਹੀ ਹੈ। ਤਾਂ 13ਵੇਂ ਪ੍ਰਸ਼ਨ ਦਾ ਸਹੀ ਉੱਤਰ ਆ ਜਾਵੇਗਾ ਆਪਸ਼ਨ ਸੱਸਾ ਉਪਰੋਕਤ ਸਾਰੇ। 14ਵਾਂ ਪ੍ਰਸ਼ਨ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਪਦਾਰਥ ਕੋਲ ਤਾਰ ਤੋਂ ਪ੍ਰਾਪਤ ਕੀਤਾ ਜਾਂਦਾ ਹੈ? ਇਸ ਦੇ ਆਪਸ਼ਨ ਦਿੱਤੇ ਨੇ, ਆਪਸ਼ਨ ਊੜਾ ਪੈਟਰੋਲ, ਆਪਸ਼ਨ ਆੜਾ ਕੋਕ, ਆਪਸ਼ਨ ਈਡੀ ਕੁਦਰਤੀ ਗੈਸ, ਆਪਸ਼ਨ ਸੱਸਾ ਨੈਪਥੈਲੀਨ ਦੀਆਂ ਗੋਲੀਆਂ। ਪਿਆਰੇ ਬੱਚਿਓ, ਕੋਲ ਤਾਰ ਤੋਂ ਇਹਨਾਂ ਦੇ ਵਿੱਚੋਂ ਕਿਹੜਾ ਪਦਾਰਥ ਪ੍ਰਾਪਤ ਕੀਤਾ ਜਾ ਸਕਦਾ ਹੈ? ਨੈਪਥੈਲੀਨ ਦੀਆਂ ਗੋਲੀਆਂ। 14ਵੇਂ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਸ਼ਨ ਸੱਸਾ ਨੈਪਥੈਲੀਨ ਦੀਆਂ ਗੋਲੀਆਂ। 15ਵਾਂ ਪ੍ਰਸ਼ਨ ਹੈ, ਸੰਬੋਧਨ ਅਸਰਸ਼ਨ। ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਪ੍ਰਯੋਗਸ਼ਾਲਾ ਵਿੱਚ ਮਰੇ ਹੋਏ ਜੀਵਾਂ ਤੋਂ ਤਿਆਰ ਕੀਤੇ ਜਾ ਸਕਦੇ ਹਨ। ਕਾਰਨ ਦਿੱਤਾ ਹੈ, ਰੀਜ਼ਨ ਦਿੱਤਾ ਪਿਆਰੇ ਬੱਚਿਓ, ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਪ੍ਰਯੋਗਸ਼ਾਲਾ ਵਿੱਚ ਨਹੀਂ ਤਿਆਰ ਕੀਤੇ ਜਾ ਸਕਦੇ ਕਿਉਂਕਿ ਉਹਨਾਂ ਦੇ ਬਣਨ ਲਈ ਜ਼ਰੂਰੀ ਹਾਲਤਾਂ ਨੂੰ ਪ੍ਰਯੋਗਸ਼ਾਲਾ ਵਿੱਚ ਪੈਦਾ ਨਹੀਂ ਕੀਤਾ ਜਾ ਸਕਦਾ। ਇਸ ਦੇ ਆਪਸ਼ਨ ਦਿੱਤੇ ਨੇ, ਆਪਸ਼ਨ ਊੜਾ ਹੈ ਅਸਰਸ਼ਨ ਸਹੀ ਹੈ ਅਤੇ ਰੀਜ਼ਨ ਅਸਰਸ਼ਨ ਦੀ ਸਹੀ ਵਿਆਖਿਆ ਹੈ। ਆਪਸ਼ਨ ਆੜਾ ਹੈ ਅਸਰਸ਼ਨ ਸਹੀ ਹੈ ਅਤੇ ਰੀਜ਼ਨ ਅਸਰਸ਼ਨ ਦੀ ਸਹੀ ਵਿਆਖਿਆ ਨਹੀਂ ਹੈ। ਆਪਸ਼ਨ ਈਡੀ ਹੈ ਅਸਰਸ਼ਨ ਠੀਕ ਹੈ ਅਤੇ ਰੀਜ਼ਨ ਗਲਤ ਹੈ। ਆਪਸ਼ਨ ਸੱਸਾ ਅਸਰਸ਼ਨ ਗਲਤ ਹੈ ਅਤੇ ਰੀਜ਼ਨ ਸਹੀ ਹੈ। ਪਿਆਰੇ ਬੱਚਿਓ, ਕੋਲਾ, ਪੈਟਰੋਲੀਅਮ ਤੇ ਕੁਦਰਤੀ ਗੈਸ ਪ੍ਰਯੋਗਸ਼ਾਲਾ ਵਿੱਚ ਮਰੇ ਹੋਏ ਜੀਵਾਂ ਤੋਂ ਤਿਆਰ ਕੀਤੇ ਜਾ ਸਕਦੇ ਨੇ, ਇਹ ਕਥਨ ਪਿਆਰੇ ਬੱਚਿਓ ਬਿਲਕੁਲ ਗਲਤ ਹੈ। ਇਹ ਪ੍ਰਯੋਗਸ਼ਾਲਾ ਦੇ ਵਿੱਚ ਤਿਆਰ ਨਹੀਂ ਕੀਤੇ ਜਾ ਸਕਦੇ। ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਪ੍ਰਯੋਗਸ਼ਾਲਾ ਵਿੱਚ ਤਿਆਰ ਨਹੀਂ ਕੀਤੇ ਜਾ ਸਕਦੇ ਕਿਉਂਕਿ ਉਹਨਾਂ ਦੇ ਬਣਨ ਲਈ ਜ਼ਰੂਰੀ ਹਾਲਤਾਂ ਨੂੰ ਪ੍ਰਯੋਗਸ਼ਾਲਾ ਵਿੱਚ ਪੈਦਾ ਨਹੀਂ ਕੀਤਾ ਜਾ ਸਕਦਾ, ਇਹ ਕਥਨ ਪਿਆਰੇ ਬੱਚਿਓ ਬਿਲਕੁਲ ਸਹੀ ਹੈ। ਤਾਂ 15ਵੇਂ ਪ੍ਰਸ਼ਨ ਦਾ ਸਹੀ ਉੱਤਰ ਆ ਜਾਵੇਗਾ ਆਪਸ਼ਨ ਸੱਸਾ ਅਸਰਸ਼ਨ ਗਲਤ ਹੈ ਅਤੇ ਰੀਜ਼ਨ ਸਹੀ ਹੈ। 16ਵਾਂ ਪ੍ਰਸ਼ਨ ਹੈ, ਭੱਠੀਆਂ ਵਿੱਚ ਗਾੜਾ ਕਾਲੇ ਰੰਗ ਦਾ ਦਰਵ ਬਾਲਣ ਦੇ ਤੌਰ ਤੇ ਵਰਤਿਆ ਜਾਂਦਾ ਹੈ, ਇਸ ਦਰਵ ਦਾ ਨਾਮ ਹੈ। ਇਸ ਦੇ ਆਪਸ਼ਨ ਦਿੱਤੇ ਨੇ, ਆਪਸ਼ਨ ਊੜਾ ਡੀਜ਼ਲ, ਆਪਸ਼ਨ ਆੜਾ ਮਿੱਟੀ ਦਾ ਤੇਲ, ਆਪਸ਼ਨ ਈਡੀ ਬਿਟੂਮਨ, ਆਪਸ਼ਨ ਸੱਸਾ ਬਾਲਣ ਤੇਲ। ਪਿਆਰੇ ਬੱਚਿਓ, ਭੱਠੀਆਂ ਵਿੱਚ ਗਾੜਾ ਕਾਲੇ ਰੰਗ ਦਾ ਦਰਵ ਬਾਲਣ ਦੇ ਤੌਰ ਤੇ ਵਰਤਿਆ ਜਾਂਦਾ ਹੈ, ਇਸ ਦਰਵ ਦਾ ਕੀ ਨਾਮ ਹੁੰਦਾ ਪਿਆਰੇ ਬੱਚਿਓ? ਇਸ ਦਰਵ ਦਾ ਨਾਮ ਹੁੰਦਾ ਡੀਜ਼ਲ। 16ਵੇਂ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਸ਼ਨ ਊੜਾ ਡੀਜ਼ਲ। 17ਵਾਂ ਪ੍ਰਸ਼ਨ ਹੈ,
ਨੇਹਾ ਆਪਣੀ ਮਾਤਾ ਜੀ ਨਾਲ ਇੱਕ ਬੱਸ ਵਿੱਚ ਯਾਤਰਾ ਕਰ ਰਹੀ ਸੀ। ਉਸਨੇ ਦੇਖਿਆ ਕਿ ਨਵੀਂ ਸੜਕ ਬਣਾਉਣ ਲਈ ਸੜਕ ਉੱਤੇ ਇੱਕ ਕਾਲਾ ਤਰਲ ਫੈਲਿਆ ਹੋਇਆ ਹੈ। ਉਸਨੇ ਕਲਾਸ ਵਿੱਚ ਆਪਣੇ ਵਿਗਿਆਨ ਅਧਿਆਪਕ ਤੋਂ ਇਸ ਤਰਲ ਬਾਰੇ ਪੁੱਛਿਆ। ਉਸਦੇ ਅਧਿਆਪਕ ਨੇ ਕਿਹਾ ਕਿ ਕਾਲਾ ਤਰਲ ਘਰ ਦੀਆਂ ਛੱਤਾਂ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ। ਇਹ ਕਾਲਾ ਤਰਲ ਹੈ। ਇਸ ਦੇ ਆਪਸ਼ਨ ਦਿੱਤੇ ਨੇ। ਆਪਸ਼ਨ ਊੜਾ ਡੀਜ਼ਲ, ਆਪਸ਼ਨ ਆੜਾ ਮਿੱਟੀ ਦਾ ਤੇਲ, ਆਪਸ਼ਨ ਈਡੀ ਬਿਟੂਮਨ, ਆਪਸ਼ਨ ਸੱਸਾ ਪੈਰਾਫਿਨ ਮੋਮ। ਪਿਆਰੇ ਬੱਚਿਓ, ਨੇਹਾ ਆਪਣੀ ਮਾਤਾ ਜੀ ਨਾਲ ਜਦੋਂ ਬੱਸ ਦੇ ਵਿੱਚ ਯਾਤਰਾ ਕਰ ਰਹੀ ਸੀ ਤਾਂ ਜਦੋਂ ਉਸਨੇ ਦੇਖਿਆ ਕਿ ਨਵੀਂ ਸੜਕ ਬਣਾਉਣ ਲਈ ਸੜਕ ਉੱਤੇ ਕਾਲਾ ਤਰਲ ਫੈਲਾਇਆ ਗਿਆ ਹੈ ਤੇ ਉਸਦੇ ਅਧਿਆਪਕ ਨੇ ਵੀ ਦੱਸਿਆ ਕਿ ਇਹ ਜਿਹੜਾ ਕਾਲਾ ਤਰਲ ਪਦਾਰਥ ਹੈ ਇਹ ਘਰ ਦੀਆਂ ਛੱਤਾਂ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ। ਇਹ ਕਿਹੜਾ ਹੈ ਪਿਆਰੇ ਬੱਚਿਓ? ਇਹ ਹੈ ਬਿਟੂਮਨ। 17ਵੇਂ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਸ਼ਨ ਈਡੀ ਬਿਟੂਮਨ। 18ਵਾਂ ਪ੍ਰਸ਼ਨ ਹੈ, ਮਨਪ੍ਰੀਤ ਆਪਣੀ ਨਾਨੀ ਦੇ ਘਰ ਵਿੱਚ ਛੁੱਟੀਆਂ ਮਨਾਉਣ ਲਈ ਦਿੱਲੀ ਗਈ। ਉਸਨੇ ਘਰ ਜਾਣ ਲਈ ਹਰਾ ਆਟੋ ਰਿਕਸ਼ਾ ਲਿਆ। ਉਸਨੇ ਕਈ ਕਾਲੇ ਰੰਗ ਦੇ ਆਟੋ ਰਿਕਸ਼ਾ ਵੀ ਦੇਖੇ ਜੋ ਜ਼ਿਆਦਾ ਧੂਏ ਦਾ ਉਤਪਾਦਨ ਕਰ ਰਹੇ ਸਨ। ਉਸਨੇ ਆਟੋ ਰਿਕਸ਼ਾ ਡਰਾਈਵਰ ਨੂੰ ਇਸ ਬਾਰੇ ਪੁੱਛਿਆ। ਆਟੋ ਰਿਕਸ਼ਾ ਦੇ ਡਰਾਈਵਰ ਨੇ ਜਵਾਬ ਦਿੱਤਾ ਕਿ ਇੱਥੇ ਹਰੀਆਂ ਬੱਸਾਂ ਵੀ ਹਨ। ਇਹ ਹਰੇ ਰੰਗ ਦੇ ਵਾਹਨ ਇੱਕ ਗੈਸ ਨਾਲ ਚੱਲਦੇ ਹਨ ਜੋ ਘੱਟ ਧੂਆਂ ਪੈਦਾ ਕਰਦੇ ਹਨ ਅਤੇ ਇਹ ਬਾਲਣ ਸਸਤਾ ਵੀ ਹੈ। ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਉਸ ਖਾਸ ਕਿਸਮ ਦੇ ਆਟੋ ਰਿਕਸ਼ਾ ਵਿੱਚ ਵਰਤੀ ਜਾਣ ਵਾਲੀ ਗੈਸ ਹੈ। ਇਸ ਦੇ ਆਪਸ਼ਨ ਦਿੱਤੇ ਨੇ। ਆਪਸ਼ਨ ਊੜਾ ਹਾਈਡਰੋਜਨ, ਆਪਸ਼ਨ ਆੜਾ CNG, ਆਪਸ਼ਨ ਈਡੀ LPG, ਆਪਸ਼ਨ ਸੱਸਾ ਨਾਈਟ੍ਰੋਜਨ। ਪਿਆਰੇ ਬੱਚਿਓ, ਹਰੇ ਰੰਗ ਦੇ ਆਟੋ ਰਿਕਸ਼ਾ ਤੇ ਬੱਸਾਂ ਦੇ ਵਿੱਚ ਕਿਹੜਾ ਫਿਊਲ ਵਰਤਿਆ ਜਾਂਦਾ ਹੈ? ਕਿਹੜਾ ਬਾਲਣ ਵਰਤਿਆ ਜਾਂਦਾ ਹੈ? ਪਿਆਰੇ ਬੱਚਿਓ, ਇਹ ਵਰਤਿਆ ਜਾਂਦਾ ਹੈ CNG, ਜਿਸ ਦੀ ਫੁੱਲ ਫਾਰਮ ਹੁੰਦੀ ਹੈ ਕੰਪਰੈਸਡ ਨੈਚੁਰਲ ਗੈਸ। ਪਿਆਰੇ ਬੱਚਿਓ, ਇਸ ਚਿੱਤਰ ਦੇ ਵਿੱਚ ਤੁਸੀਂ ਇੱਕ ਹਰੇ ਰੰਗ ਦਾ ਆਟੋ ਰਿਕਸ਼ਾ ਦੇਖ ਰਹੇ ਹੋ ਤੇ ਤੁਸੀਂ ਦੇਖ ਰਹੇ ਹੋ ਪਿਆਰੇ ਬੱਚਿਓ ਨੀਚੇ ਇਸ ਦੇ CNG ਲਿਖਿਆ ਹੋਇਆ ਹੈ। ਇਸ ਦਾ ਭਾਵ ਇਹ ਹੈ ਕਿ ਇਹ ਕਿਸ ਤੇ ਚੱਲਦਾ ਹੈ? ਇਹ CNG ਗੈਸ ਤੇ ਚੱਲਦਾ ਹੈ। ਹੁਣ ਪਿਆਰੇ ਬੱਚਿਓ, ਹਰ ਇੱਕ ਸਟੇਟ ਦੇ ਵਿੱਚ ਜਗ੍ਹਾ ਜਗ੍ਹਾ ਤੇ CNG ਦੇ ਪੰਪ ਲੱਗ ਚੁੱਕੇ ਹਨ ਅਤੇ ਵਾਤਾਵਰਨ ਨੂੰ ਬਚਾਉਣ ਲਈ ਸਾਨੂੰ CNG ਵਾਹਨਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ। 19ਵਾਂ ਪ੍ਰਸ਼ਨ ਹੈ, ਸ਼ਿੰਗਾਰੇ ਨੇ ਅਖਬਾਰ ਵਿੱਚ ਪੜ੍ਹਿਆ ਹੈ ਕਿ ਕੁਝ ਲੋਕ ਕੋਲਿਆਂ ਨੂੰ ਅੱਗ ਲਗਾ ਕੇ ਬੰਦ ਕਮਰੇ ਵਿੱਚ ਸੌਂ ਰਹੇ ਸਨ। ਸਵੇਰ ਨੂੰ ਸਾਰੇ ਮਰੇ ਪਾਏ ਗਏ। ਸ਼ਿੰਗਾਰਾ ਹੈਰਾਨ ਹੋ ਗਿਆ ਅਤੇ ਆਪਣੇ ਵਿਗਿਆਨ ਅਧਿਆਪਕ ਤੋਂ ਪੁੱਛਿਆ ਕਿ ਕੋਲਿਆਂ ਦੀ ਅੱਗ ਕਿਵੇਂ ਮੌਤ ਦਾ ਕਾਰਨ ਬਣ ਸਕਦੀ ਹੈ। ਅਧਿਆਪਕ ਨੇ ਸਪਸ਼ਟ ਕੀਤਾ ਕਿ ਜਦੋਂ ਹਵਾ ਦੀ ਘੱਟ ਸਪਲਾਈ ਵਿੱਚ ਬਾਲਣ ਨੂੰ ਜਲਾਇਆ ਜਾਂਦਾ ਹੈ ਤਾਂ ਰੰਗਹੀਣ ਅਤੇ ਗੰਧਹੀਣ ਗੈਸ ਪੈਦਾ ਹੁੰਦੀ ਹੈ ਜੋ ਮੌਤ ਦਾ ਕਾਰਨ ਬਣਦੀ ਹੈ। ਉਸ ਗੈਸ ਦਾ ਨਾਮ ਹੈ। ਇਸ ਦੇ ਆਪਸ਼ਨ ਦਿੱਤੇ ਨੇ। ਆਪਸ਼ਨ ਊੜਾ ਕਾਰਬਨ ਮੋਨੋਆਕਸਾਈਡ, ਆਪਸ਼ਨ ਆੜਾ ਕਾਰਬਨ ਡਾਈਆਕਸਾਈਡ, ਆਪਸ਼ਨ ਈਡੀ ਹਾਈਡਰੋਜਨ ਗੈਸ, ਆਪਸ਼ਨ ਸੱਸਾ ਨਾਈਟ੍ਰੋਜਨ ਗੈਸ। ਪਿਆਰੇ ਬੱਚਿਓ, ਜਦੋਂ ਕੋਲੇ ਨੂੰ ਹਵਾ ਦੀ ਘੱਟ ਸਪਲਾਈ ਦੇ ਵਿੱਚ ਬਾਲਣ ਦੇ ਰੂਪ ਦੇ ਵਿੱਚ ਜਲਾਇਆ ਜਾਂਦਾ ਹੈ ਤਾਂ ਕਿਹੜੀ ਰੰਗਹੀਣ ਜਾਂ ਗੰਧਹੀਣ ਗੈਸ ਪੈਦਾ ਹੁੰਦੀ ਹੈ? ਉਹ ਪੈਦਾ ਹੁੰਦੀ ਹੈ ਪਿਆਰੇ ਬੱਚਿਓ ਕਾਰਬਨ ਮੋਨੋਆਕਸਾਈਡ, ਜਿਸ ਨੂੰ ਅਸੀਂ CO ਨਾਲ ਲਿਖਦੇ ਹਾਂ। ਇਹ ਪਿਆਰੇ ਬੱਚਿਓ ਬਹੁਤ ਖਤਰਨਾਕ ਹੁੰਦੀ ਹੈ ਜੋ ਕਿ ਮਨੁੱਖ ਦੀ ਮੌਤ ਦਾ ਕਾਰਨ ਬਣਦੀ ਹੈ। 19ਵੇਂ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਸ਼ਨ ਊੜਾ ਕਾਰਬਨ ਮੋਨੋਆਕਸਾਈਡ। ਪ੍ਰਸ਼ਨ ਨੰਬਰ 20, ਦਿੱਲੀ ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਇੱਕ ਹੈ। ਪੈਟਰੋਲ ਅਤੇ ਡੀਜ਼ਲ ਦੇ ਵਾਹਨਾਂ ਕਾਰਨ ਦਿੱਲੀ ਦੀ ਹਵਾ ਖਤਰਨਾਕ ਦਰਜੇ ਤੱਕ ਪ੍ਰਦੂਸ਼ਿਤ ਹੈ। ਇਸ ਲਈ ਸਰਕਾਰ ਨੇ ਉੱਥੇ ਪੈਟਰੋਲ ਅਤੇ ਡੀਜ਼ਲ ਦੇ ਸਥਾਨ ਤੇ ਡੈਸ਼ ਦੀ ਵਰਤੋਂ ਕਰਨ ਦੇ ਸੁਝਾਅ ਦਿੱਤੇ ਹਨ ਤਾਂ ਜੋ ਪ੍ਰਦੂਸ਼ਣ ਨੂੰ ਕੰਟਰੋਲ ਕੀਤਾ ਜਾ ਸਕੇ। ਇਸ ਦੇ ਆਪਸ਼ਨ ਦਿੱਤੇ ਨੇ। ਆਪਸ਼ਨ ਊੜਾ LPG, ਆਪਸ਼ਨ ਆੜਾ CNG, ਆਪਸ਼ਨ ਈਡੀ ਕੋਕ, ਆਪਸ਼ਨ ਸੱਸਾ ਇਹਨਾਂ ਵਿੱਚੋਂ ਕੋਈ ਨਹੀਂ। ਪਿਆਰੇ ਬੱਚਿਓ, ਦਿੱਲੀ ਦਾ ਨਾਮ ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੇ ਵਿੱਚ ਆਉਂਦਾ ਹੈ। ਇਸ ਕਰਕੇ ਉੱਥੋਂ ਦੀ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੇ ਸਥਾਨ ਤੇ ਕਿਹੜਾ ਫਿਊਲ ਯੂਜ਼ ਕਰਨ ਦਾ ਸੁਝਾਅ ਦਿੱਤਾ ਹੈ? ਉਸ ਫਿਊਲ ਦਾ ਨਾਮ ਹੈ ਪਿਆਰੇ ਬੱਚਿਓ CNG, ਜਿਸ ਦੀ ਫੁੱਲ ਫਾਰਮ ਹੁੰਦੀ ਹੈ ਕੰਪਰੈਸਡ ਨੈਚੁਰਲ ਗੈਸ। 20ਵੇਂ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਸ਼ਨ ਆੜਾ CNG। 21ਵਾਂ ਪ੍ਰਸ਼ਨ ਹੈ, ਤਾਜ ਮਹਿਲ ਸਾਡੇ ਦੇਸ਼ ਦੀ ਇਤਿਹਾਸਕ ਇਮਾਰਤ ਹੈ ਜੋ ਸਫੈਦ ਸੰਗਮਰਮਰ ਦੀ ਬਣੀ ਹੋਈ ਹੈ। ਇਸ ਦੇ ਆਸ-ਪਾਸ ਵਾਲੇ ਇਲਾਕੇ ਵਿੱਚ ਬਹੁਤ ਜ਼ਿਆਦਾ ਵਾਹਨਾਂ ਦਾ ਧੂੰਆਂ ਅਤੇ ਫੈਕਟਰੀਆਂ ਦਾ ਧੂੰਆਂ ਤੇਜ਼ਾਬੀ ਮੀਂਹ ਪੈਦਾ ਕਰਦਾ ਹੈ, ਜਿਸ ਨਾਲ ਸਫੈਦ ਸੰਗਮਰਮਰ ਪੀਲਾ ਪੈ ਰਿਹਾ ਹੈ। ਹੇਠਾਂ ਲਿਖਿਆਂ ਵਿੱਚੋਂ ਕਿਹੜੀ ਰਸਾਇਣਿਕ ਸਮੀਕਰਨ ਤੇਜ਼ਾਬੀ ਮੀਂਹ ਨੂੰ ਦਰਸਾਉਂਦੀ ਹੈ? ਪਿਆਰੇ ਬੱਚਿਓ, ਸਾਨੂੰ ਊੜਾ ਆੜਾ ਈਡੀ ਸੱਸਾ 4 ਸਮੀਕਰਨਾਂ ਦਿੱਤੀਆਂ ਹਨ। ਇਹਨਾਂ ਨੂੰ ਦੇਖ ਕੇ ਅਸੀਂ ਦੱਸਣਾ ਹੈ ਕਿ ਇਹਨਾਂ ਦੇ ਵਿੱਚੋਂ ਕਿਹੜੀ ਸਮੀਕਰਨ ਤੇਜ਼ਾਬੀ ਮੀਂਹ ਨੂੰ ਦਰਸਾਉਂਦੀ ਹੈ।
ਇਹਨਾਂ ਦੇ ਵਿੱਚੋਂ ਪਿਆਰੇ ਬੱਚਿਓ ਤੇਜ਼ਾਬੀ ਮੀਂਹ ਨੂੰ ਦਰਸਾਉਂਦੀ ਸਮੀਕਰਨ ਹੈ ਆਪਸ਼ਨ ਆੜਾ SO2 plus H2O ਬਰਾਬਰ ਹੈ H2SO3। 23ਵਾਂ ਪ੍ਰਸ਼ਨ ਹੈ ਦਿੱਤੇ ਚਿੱਤਰ ਵਿੱਚ ਕੀ ਦਰਸਾਇਆ ਗਿਆ ਹੈ। ਪਿਆਰੇ ਬੱਚੇ ਇਸ ਚਿੱਤਰ ਨੂੰ ਧਿਆਨ ਨਾਲ ਵੇਖੋ ਅਤੇ ਦੱਸੋ ਕਿ ਇਸ ਚਿੱਤਰ ਦੇ ਵਿੱਚ ਕੀ ਦਰਸਾਇਆ ਗਿਆ ਹੈ। ਇਸ ਦੇ ਆਪਸ਼ਨ ਦਿੱਤੇ ਨੇ ਆਪਸ਼ਨ ਊੜਾ ਕਿਸੇ ਫੈਕਟਰੀ ਦੀ ਭੱਠੀ, ਆਪਸ਼ਨ ਆੜਾ ਕੋਲੇ ਦਾ ਬਲਣਾ, ਆਪਸ਼ਨ ਈਡੀ ਪੈਟਰੋਲੀਅਮ ਦੀ ਸੁਧਾਈ, ਆਪਸ਼ਨ ਸੱਸਾ ਬਿਜਲਈ ਜਨਰੇਟਰ। ਪਿਆਰੇ ਬੱਚਿਓ ਇਸ ਚਿੱਤਰ ਦੇ ਵਿੱਚ ਕੀ ਦਰਸਾਇਆ ਗਿਆ। ਇਸ ਚਿੱਤਰ ਦੇ ਵਿੱਚ ਦਰਸਾਇਆ ਗਿਆ ਪਿਆਰੇ ਬੱਚਿਓ ਪੈਟਰੋਲੀਅਮ ਦੀ ਸੁਧਾਈ ਜੋ ਕਿ 400 ਤੋਂ ਲੈ ਕੇ 500 ਡਿਗਰੀ ਸੈਲਸੀਅਸ ਦੇ ਉੱਪਰ ਕੀਤੀ ਜਾਂਦੀ ਹੈ। 22ਵੇਂ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਸ਼ਨ ਈਡੀ ਪੈਟਰੋਲੀਅਮ ਦੀ ਸੁਧਾਈ। 23ਵਾਂ ਪ੍ਰਸ਼ਨ ਹੈ ਜਦੋਂ ਕੋਲੇ ਨੂੰ ਹਵਾ ਦੀ ਗੈਰ ਮੌਜੂਦਗੀ ਵਿੱਚ ਗਰਮ ਕੀਤਾ ਜਾਂਦਾ ਹੈ ਤਾਂ ਪਿੱਛੇ ਇੱਕ ਕਾਲਾ ਮੁਸਾਮਦਾਰ ਅਤੇ ਖੁਰਦਰਾ ਪਦਾਰਥ ਬਚ ਜਾਂਦਾ ਹੈ ਜੋ ਧਾਤਾਂ ਦੇ ਨਿਸ਼ਕਰਸ਼ਣ ਦੇ ਕੰਮ ਆਉਂਦਾ ਹੈ। ਉਸ ਪਦਾਰਥ ਦਾ ਨਾਮ ਕੀ ਹੈ। ਇਸ ਦੇ ਆਪਸ਼ਨ ਦਿੱਤੇ ਨੇ ਆਪਸ਼ਨ ਊੜਾ ਕੋਲਤਾਰ, ਆਪਸ਼ਨ ਆੜਾ ਕੋਕ, ਆਪਸ਼ਨ ਈਡੀ ਕਾਲਾ ਤੇਲ, ਆਪਸ਼ਨ ਸੱਸਾ ਗਰੀਸ। ਪਿਆਰੇ ਬੱਚੇ ਜਦੋਂ ਕੋਲੇ ਨੂੰ ਹਵਾ ਦੀ ਗੈਰ ਮੌਜੂਦਗੀ ਵਿੱਚ ਗਰਮ ਕੀਤਾ ਜਾਂਦਾ ਹੈ ਤਾਂ ਪਿੱਛੇ ਇੱਕ ਕਾਲਾ ਮੁਸਾਮਦਾਰ ਅਤੇ ਖੁਰਦਰਾ ਪਦਾਰਥ ਬਚਦਾ ਹੈ ਜੋ ਧਾਤਾਂ ਦੇ ਨਿਸ਼ਕਰਸ਼ਣ ਦੇ ਕੰਮ ਆਉਂਦਾ ਹੈ। ਉਸ ਪਦਾਰਥ ਦਾ ਨਾਮ ਹੁੰਦਾ ਪਿਆਰੇ ਬੱਚਿਓ ਕੋਕ। 23ਵੇਂ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਸ਼ਨ ਆੜਾ ਕੋਕ। 24ਵਾਂ ਪ੍ਰਸ਼ਨ ਹੈ ਕਾਲਮ ਮਿਲਾਓ। ਪਿਆਰੇ ਬੱਚਿਓ ਸਾਨੂੰ ਇਸ ਕਾਲਮ ਦੇ ਵਿੱਚ ਕੋਲੇ ਦੀਆਂ ਕਿਸਮਾਂ ਦਿੱਤੀਆਂ ਨੇ ਤੇ ਇਸ ਕਾਲਮ ਦੇ ਵਿੱਚ ਕੋਲੇ ਦੀਆਂ ਵਿਸ਼ੇਸ਼ਤਾਵਾਂ ਦਿੱਤੀਆਂ ਨੇ। ਅਸੀਂ ਇਹਨਾਂ ਦਾ ਮਿਲਾਨ ਕਰਨਾ ਹੈ। ਲਿਗਨਾਈਟ ਜੋ ਕੋਲੇ ਦੀ ਕਿਸਮ ਹੁੰਦੀ ਹੈ ਪਿਆਰੇ ਬੱਚਿਓ ਇਹ ਭੂਰਾ ਅਤੇ ਨਰਮ ਕਿਸਮ ਦਾ ਹੁੰਦਾ ਹੈ। ਬਿਟੂਮਨਸ ਪਿਆਰੇ ਬੱਚਿਓ ਕਾਲਾ ਅਤੇ ਨਰਮ ਹੁੰਦਾ ਹੈ। ਐਂਥਰਾਸਾਈਟ ਪਿਆਰੇ ਬੱਚਿਓ ਕਾਲਾ, ਚਮਕਦਾਰ ਅਤੇ ਸਖਤ ਹੁੰਦਾ ਹੈ। ਪੀਟ ਪਿਆਰੇ ਬੱਚਿਓ ਜਲਣ ਤੇ ਬਹੁਤ ਧੂਆਂ ਅਤੇ ਸੁਆਹ ਪੈਦਾ ਕਰਦਾ ਹੈ। 25ਵਾਂ ਪ੍ਰਸ਼ਨ ਹੈ ਸੰਬੋਧਨ ਅਸਰਸ਼ਨ। ਮ੍ਰਿਤ ਬਨਸਪਤੀ ਦੀ ਕੋਲੇ ਵਿੱਚ ਪਰਿਵਰਤਨ ਦੀ ਹੌਲੀ ਪ੍ਰਕਿਰਿਆ ਨੂੰ ਕਸ਼ੀਦਣ ਕਿਹਾ ਜਾਂਦਾ ਹੈ। ਇਸ ਦਾ ਕਾਰਨ ਦਿੱਤਾ, ਰੀਜ਼ਨ ਦਿੱਤਾ ਹੈ ਜਦੋਂ ਕੋਲੇ ਨੂੰ ਹਵਾ ਵਿੱਚ ਜਲਾਇਆ ਜਾਂਦਾ ਹੈ ਤਾਂ ਮੁੱਖ ਤੌਰ ਤੇ ਕਾਰਬਨ ਡਾਈਆਕਸਾਈਡ ਗੈਸ ਨਿਕਲਦੀ ਹੈ। ਇਸ ਦੇ ਆਪਸ਼ਨ ਦਿੱਤੇ ਨੇ ਆਪਸ਼ਨ ਊੜਾ ਅਸਰਸ਼ਨ ਸਹੀ ਹੈ ਅਤੇ ਰੀਜ਼ਨ ਅਸਰਸ਼ਨ ਦੀ ਸਹੀ ਵਿਆਖਿਆ ਹੈ। ਆੜਾ ਆਪਸ਼ਨ ਹੈ ਅਸਰਸ਼ਨ ਸਹੀ ਹੈ ਅਤੇ ਰੀਜ਼ਨ ਅਸਰਸ਼ਨ ਦੀ ਸਹੀ ਵਿਆਖਿਆ ਨਹੀਂ ਹੈ। ਆਪਸ਼ਨ ਈਡੀ ਹੈ ਅਸਰਸ਼ਨ ਠੀਕ ਹੈ ਅਤੇ ਜਿਹੜਾ ਰੀਜ਼ਨ ਆ ਉਹ ਗਲਤ ਹੈ। ਆਪਸ਼ਨ ਸੱਸਾ ਅਸਰਸ਼ਨ ਗਲਤ ਹੈ ਅਤੇ ਰੀਜ਼ਨ ਸਹੀ ਹੈ। ਪਿਆਰੇ ਬੱਚਿਓ ਮ੍ਰਿਤ ਬਨਸਪਤੀ ਦੀ ਕੋਲੇ ਵਿੱਚ ਪਰਿਵਰਤਨ ਦੀ ਹੌਲੀ ਪ੍ਰਕਿਰਿਆ ਨੂੰ ਕਸ਼ੀਦਣ ਕਿਹਾ ਜਾਂਦਾ ਹੈ। ਇਹ ਕਥਨ ਬਿਲਕੁਲ ਗਲਤ ਹੈ। ਜਦੋਂ ਕੋਲੇ ਨੂੰ ਹਵਾ ਵਿੱਚ ਜਲਾਇਆ ਜਾਂਦਾ ਹੈ ਤਾਂ ਮੁੱਖ ਤੌਰ ਤੇ ਕਾਰਬਨ ਡਾਈਆਕਸਾਈਡ ਗੈਸ ਨਿਕਲਦੀ ਹੈ। ਇਹ ਕਥਨ ਪਿਆਰੇ ਬੱਚਿਓ ਬਿਲਕੁਲ ਸਹੀ ਹੈ। ਤਾਂ 25ਵੇਂ ਪ੍ਰਸ਼ਨ ਦਾ ਸਹੀ ਉੱਤਰ ਆ ਜਾਵੇਗਾ ਆਪਸ਼ਨ ਸੱਸਾ ਅਸਰਸ਼ਨ ਗਲਤ ਹੈ ਅਤੇ ਰੀਜ਼ਨ ਸਹੀ ਹੈ। ਪਿਆਰੇ ਬੱਚਿਓ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ 8ਵੀਂ ਜਮਾਤ ਦੇ ਵਿਗਿਆਨ ਵਿਸ਼ੇ ਦੇ ਪਾਠ ਨੰਬਰ 5 ਕੋਲਾ ਤੇ ਪੈਟਰੋਲੀਅਮ ਦੇ ਅਭਿਆਸ ਅਤੇ ਇੱਕ ਅੰਕਾਂ ਵਾਲੇ ਬਹੁ ਵਿਕਲਪੀ ਯਾਨੀ ਕਿ ਮਲਟੀਪਲ ਚੁਆਇਸ ਕੁਐਸਚਨ ਦੇ ਹੱਲ ਦੀ ਇਹ ਵੀਡੀਓ ਬਹੁਤ ਪਸੰਦ ਆਈ ਹੋਵੇਗੀ। ਪਿਆਰੇ ਬੱਚਿਓ ਇਹਨਾਂ ਸਾਰੇ ਪ੍ਰਸ਼ਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲੈਣਾ ਹੈ ਅਤੇ ਆਪਣੀਆਂ ਵਿਗਿਆਨ ਵਿਸ਼ੇ ਦੀਆਂ ਕਾਪੀਆਂ ਉੱਪਰ ਸਾਫ਼ ਅਤੇ ਸੁੰਦਰ ਲਿਖਾਈ ਵਿੱਚ ਲਿਖ ਲੈਣਾ ਹੈ। ਪਿਆਰੇ ਬੱਚਿਓ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਹੋਰ ਬਹੁਤ ਸਾਰੇ ਪਾਠਾਂ ਦੇ ਅਭਿਆਸ ਦੇ ਹੱਲ ਦੇ ਵੀਡੀਓ ਦੇ ਲਿੰਕ ਮਿਲ ਜਾਣਗੇ। ਤੁਸੀਂ ਉਹਨਾਂ ਨੂੰ ਆਪਣੇ ਸਿਲੇਬਸ ਅਨੁਸਾਰ ਜ਼ਰੂਰ ਵੇਖਣਾ ਹੈ। ਪਿਆਰੇ ਬੱਚਿਓ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਹੈ ਅਤੇ ਆਪਣੀ ਜਮਾਤ ਦੇ ਦੂਸਰੇ ਵਿਦਿਆਰਥੀਆਂ ਨਾਲ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ। ਗਰਚਾ ਸਟੱਡੀ ਪੁਆਇੰਟ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦੇ ਆਈਕਨ ਨੂੰ ਜ਼ਰੂਰ ਦਬਾਉਣਾ ਹੈ ਤਾਂ ਕਿ ਭਵਿੱਖ ਵਿੱਚ ਇਸ ਚੈਨਲ 'ਤੇ ਅਪਲੋਡ ਹੋਣ ਵਾਲੇ ਸਾਰੇ ਐਜੂਕੇਸ਼ਨਲ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ। ਮਿਲਦੇ ਹਾਂ ਪਿਆਰੇ ਬੱਚਿਓ ਕਿਸੇ ਹੋਰ ਵੀਡੀਓ 'ਚ। ਥੈਂਕ ਯੂ।